सहज सुभाष दर्शन परसिया। गुरु के जन्म मरण दुख जाय, वै सिफत सुख संबंधी होय अरसों कुरसों चटिया। तुद डिठे सच्चे पातशाह, माल जन्म जन्म दी कटिया। तुद डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। राम कली महला पहला। औहठ हस्त मड़ी घर छाया, तरन गगन कल तारी। गुरमुख केती शब्द उधारी संतो। औहठ हस्त मड़ी कर छाया, तरन गगन कल तारी। वाहिगुरु जी का खालसा वाहिगुरु जी की फतेह। दीन दुनिया दे मालिक शब्दा अवतार गुरु ग्रंथ साहिब जी कृपा कर रहे हैं। ਅੰਮ੍ਰਿਤ ਵੇਲੇ ਦਾ ਸਤਸੰਗਤ ਦਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਰਾਮ ਕਲੀ ਰਾਗ ਦੇ ਅੰਦਰ ਪਹਿਲੇ ਗੁਰੂਦੇਵ ਗੁਰੂ ਨਾਨਕ ਦੇ ਪਾਤਸ਼ਾਹ ਬਖਸ਼ਿਸ਼ ਕਰਦੇ। ਕਿਸੇ ਸਿੱਧ ਜੋਗੀ ਨੇ ਆ ਕੇ ਆਖਿਆ, ਕਹਿਣ ਲੱਗਾ, ਮਹਾਰਾਜ ਵੇਖੋ ਅਸੀਂ ਕਿੱਡੇ ਕਿੱਡੇ ਵੱਡੇ ਮੱਠ ਬਣਾਏ ਨੇ। ਇਹਨਾਂ ਮੱਠਾਂ ਦੇ ਵਿੱਚ ਬੈਠ ਕੇ ਅਸੀਂ ਤਪ ਕਰਦੇ ਹਾਂ, ਜਪ ਕਰਦੇ ਹਾਂ। ਤੁਹਾਨੂੰ ਵੀ ਇਹ ਮੱਠ ਬਣਾਉਣਾ ਚਾਹੀਦਾ ਹੈ। ਇਹ ਭਜਨ ਸੁਣ ਕੇ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਕੋਲ ਤੇ ਪਹਿਲਾਂ ਹੀ ਮੱਠ ਬਣਿਆ ਹੋਇਆ। ਮਹਾਰਾਜ ਉਹ ਕਿਹੜਾ ਮੱਠ ਹੈ ਜਿਹੜਾ ਸਾਨੂੰ ਦਿਸਦਾ ਨਹੀਂ? ਤੇ ਪਾਤਸ਼ਾਹ ਫਰਮਾਉਂਦੇ ਹਨ, ਔਹਠ ਹਸਤ ਮੜੀ ਘਰ ਛਾਇਆ, ਤਰਨ ਗਗਨ ਕਲ ਧਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਪਰਮਾਤਮਾ ਨੇ ਧਰਨ ਕਹੀਏ ਧਰਤੀ ਤੇ ਗਗਨ ਕਹੀਏ ਆਕਾਸ਼। ਧਰਤੀ ਤੇ ਆਕਾਸ਼ ਦੇ ਵਿੱਚ ਆਪਣੀ ਕਲ ਸ਼ਕਤੀ ਰੱਖੀ ਹੈ। ਧਰਤੀ ਵੀ ਉਹਦੇ ਹੁਕਮ ਦੇ ਵਿੱਚ ਹੈ, ਉਹਦੀ ਸ਼ਕਤੀ ਦੇ ਅੰਦਰ ਹੈ। ਪਰਮਾਤਮਾ ਨੇ ਐਸੀ ਦਾਤ ਬਖਸ਼ੀ ਹੈ, ਧਰਤੀ ਵਿੱਚ ਜਿਸ ਤਰ੍ਹਾਂ ਦਾ ਬੀਜ ਪਾ ਦਈ ਹੈ ਉਸੇ ਤਰ੍ਹਾਂ ਦਾ ਹੀ ਫਲ ਪੈਦਾ ਕਰਦੀ ਹੈ, ਉਸੇ ਸਵਾਦ ਦਾ ਪੈਦਾ ਕਰਦੀ ਹੈ। ਇੱਕ ਵਾਰੀ ਨਹੀਂ, ਕਈ ਵਾਰੀ ਕਰ ਦਿੰਦੀ ਹੈ। ਔਰ ਇੱਕ ਬੂਟੇ ਨੂੰ ਜਾਂ ਕਹਿ ਲਈਏ ਇੱਕ ਬੀਜ ਨੂੰ ਬਹੁਤੇ ਫਲ ਲਾ ਦਿੰਦੀ ਹੈ। ਇਹ ਕਿਵੇਂ ਹੋ ਰਿਹਾ ਹੈ? ਪਰਮਾਤਮਾ ਦੀ ਸ਼ਕਤੀ ਹੈ, ਉਹਦੇ ਨਾਲ ਸਭ ਕੁਝ ਹੋ ਰਿਹਾ। ਆਕਾਸ਼ ਪਰਮਾਤਮਾ ਨੇ ਬ੍ਰਹਿਮੰਡ ਆਪਣੀ ਚੇਤਨ ਸ਼ਕਤੀ ਦੇ ਅੰਦਰ ਖੜਾ ਕੀਤਾ ਹੋਇਆ। ਧਰਨ ਗਗਨ ਕਲ ਧਾਰੀ, ਉਹ ਪਰਮਾਤਮਾ ਧਰਤੀ ਤੇ ਆਕਾਸ਼ ਦੇ ਵਿੱਚ ਆਪਣੀ ਸ਼ਕਤੀ ਟਿਕਾ ਕੇ ਜੋ ਰੱਖਣ ਵਾਲਾ ਹੈ। ਉਸ ਪਰਮਾਤਮਾ ਨੇ ਇਹ ਦਾਤ ਕੀ ਬਖਸ਼ੀ ਹੈ ਕਿ ਔ ਨਾਮ ਹੈ ਗੁਰਮੁਖੋ ਫਿਰਦਾ ਤੇ ਹਠ ਨਾਮ ਹੈ ਹਿਰਦੇ ਦਾ। ਜਿਨ੍ਹਾਂ ਗੁਰਮੁਖਾਂ ਨੇ ਫਿਰ ਆਪਣੇ ਹਿਰਦੇ ਰੂਪੀ ਮੜੀ ਦੇ ਵਿੱਚ ਇਹ ਆਪਣਾ ਘਰ ਛਾਇਆ, ਸੋ ਉਸ ਪਰਮੇਸ਼ਰ ਨੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਛਾਇਆ ਕਹੀਏ ਆ ਕੇ ਨਿਵਾਸ ਕੀਤਾ ਹੈ, ਆ ਕੇ ਟਿਕਣਾ ਕੀਤਾ ਹੈ। ਹਸਤ ਤੋਂ ਭਾਵ ਹੈ ਉਹ ਪਰਮਾਤਮਾ ਐਸਾ ਹੈ। ਕਿਸ ਤਰ੍ਹਾਂ ਦਾ ਹੈ? ਜਿਹੜਾ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਆ ਕੇ ਨਿਵਾਸ ਕਰਦਾ, ਨਿਵਾਸ ਕਰਕੇ ਬੈਠਾ ਹੋਇਆ। ਉਹ ਪਰਮਾਤਮਾ ਇਸ ਤਰ੍ਹਾਂ ਦਾ ਹੈ ਜਿਸ ਨੇ ਧਰਤੀ ਤੇ ਆਕਾਸ਼ ਦੇ ਵਿੱਚ ਆਪਣੀ ਚੇਤਨ ਸਤਾ ਟਿਕਾਈ ਹੋਈ ਹੈ। ਫਿਰ ਫਰਮਾਉਂਦੇ ਹਨ, ਔਹਠ ਹਸਤ ਮੜੀ ਘਰ ਛਾਇਆ, ਤਰਨ ਗਗਨ ਕਲ ਧਾਰੀ। ਜਿਸ ਪਰਮਾਤਮਾ ਨੇ ਧਰਤੀ ਰੂਪੀ ਗਲੀਚਾ ਵਿਛਾਇਆ ਹੈ, ਧਰਤੀ ਗਲੀਚਾ ਹੈ ਬੈਠਣ ਵਾਸਤੇ,
ਚੰਦੋਆ ਜਿਸ ਪਰਮਾਤਮਾ ਦਾ ਆਕਾਸ਼ ਹੈ, ਆਕਾਸ਼ ਨੂੰ ਜਿਸ ਨੇ ਚੰਦੋਆ ਬਣਾਇਆ ਹੋਇਆ, ਇਸ ਤਰ੍ਹਾਂ ਦੀ ਧਰਤੀ ਉੱਪਰ ਗਲੀਚੇ ਦੇ ਬੈਠਣ ਵਾਲਾ, ਆਕਾਸ਼ ਦੇ ਰੂਪੀ ਚੰਦੋਏ ਦੇ ਥੱਲੇ ਰਹਿਣ ਵਾਲਾ ਜੋ ਪਰਮਾਤਮਾ ਹੈ, ਉਸ ਪਰਮਾਤਮਾ ਨੇ ਹਿਰਦੇ ਰੂਪੀ ਮੜੀ ਦੇ ਵਿੱਚ ਆਪਣਾ ਛਾਇਆ ਘਰ ਬਣਾਇਆ ਹੈ। ਇਹ ਜੋ ਹਿਰਦਾ ਹੈ ਨਾ, ਇਹ ਪਰਮਾਤਮਾ ਦੇ ਰਹਿਣ ਵਾਸਤੇ ਮੱਠ ਹੈ। ਇਸ ਮੱਠ ਦੇ ਵਿੱਚ ਉਹ ਆ ਕੇ ਪਰਮਾਤਮਾ ਬੈਠਾ ਹੈ। ਗੁਰਮੁਖ ਕੀਤੀ ਸ਼ਬਦੋ ਧਾਰੀ ਸੰਤੋ। ਇਸ ਕਰਕੇ ਇਹ ਸੰਤੋ, ਗੁਰਮੁਖੋ, ਜਿਹੜੇ ਗੁਰਮੁਖ ਨਾਮ ਜਪਣ ਵਾਲੇ ਨੇ ਜਾਂ ਜਿਹੜੇ ਮੁਖੀ ਗੁਰੂ ਹਨ, ਉਹਨਾਂ ਨੇ ਉਪਦੇਸ਼ ਦੇ ਨਾਲ ਬਹੁਤ ਜ਼ਿਆਦਾ ਸ੍ਰਿਸ਼ਟੀ ਦਾ ਉਧਾਰ ਕਰ ਦਿੱਤਾ ਹੈ। ਗੁਰਮੁਖਾਂ ਦੇ ਕੋਲੋਂ ਸ਼ਬਦ ਸੁਣਨ ਵਾਲੇ, ਉਪਦੇਸ਼ ਸੁਣਨ ਵਾਲੇ ਪਤਾ ਨਹੀਂ ਕਿੰਨੇ ਕੁ ਤਰ ਗਏ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਗੁਰਮੁਖਾਂ ਨੇ ਅੰਦਰ ਹਿਰਦੇ ਵਿੱਚ ਉਸ ਨੂੰ ਪਾਲਿਆ ਹੈ। ਉਹਨਾਂ ਦੀ ਸਿੱਖਿਆ ਨਾਲ ਪੂਰੇ ਸੰਸਾਰ ਦਾ ਉਧਾਰ ਹੁੰਦਾ ਹੈ। ਮਮਤਾ ਮਾਰ ਹਉਮੈ ਸੋਖੇ। ਜਿਸ ਨੇ ਮਮਤਾ ਨੂੰ ਮਾਰ ਦਿੱਤਾ ਹੈ ਅਤੇ ਹਉਮੈ ਨੂੰ ਸੁੱਖ ਹੈ ਕਹੀਏ ਸੁਕਾ ਦਿੱਤਾ। ਨਾ ਮਮਤਾ ਰਹਿ ਗਈ ਹੈ ਅਤੇ ਇਸੇ ਤਰ੍ਹਾਂ ਨਾ ਹਉਮੈ ਰਹਿ ਗਈ ਹੈ। ਮਮਤਾ ਨੂੰ ਜਿਨ੍ਹਾਂ ਨੇ ਮਾਰਿਆ ਹੈ ਅਤੇ ਹਉਮੈ ਨੂੰ ਜਿਨ੍ਹਾਂ ਨੇ ਸੁਕਾ ਦਿੱਤਾ, ਭਾਵ ਕੇ ਨਾਸ਼ ਕਰ ਦਿੱਤਾ ਹੈ। ਜੋਤ ਤੁਮਾਰੀ। ਐ ਪ੍ਰਮਾਤਮਾ, ਤਿੰਨਾਂ ਭਵਨਾਂ ਵਿੱਚ ਤੇਰੀ ਜੋਤ ਨੂੰ ਜਿਨ੍ਹਾਂ ਨੇ ਨਿਸ਼ਚੈ ਕੀਤਾ ਹੈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਲੋਕ ਦੇ ਵਿੱਚ ਵੀ ਤੁਸੀਂ, ਪਰਲੋਕ ਦੇ ਵਿੱਚ ਵੀ ਤੁਸੀਂ, ਇਸੇ ਤਰ੍ਹਾਂ ਪਤਾਲ ਲੋਕ ਦੇ ਵਿੱਚ, ਮਾਤ ਲੋਕ ਵਿੱਚ, ਸਵਰਗ ਲੋਕ ਵਿੱਚ, ਤਿੰਨਾਂ ਲੋਕਾਂ ਵਿੱਚ ਤੁਹਾਡੀ ਜੋਤ ਕੰਮ ਕਰ ਰਹੀ ਹੈ, ਚੇਤਨ ਸਤਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਬਚਨ ਜਾਣਿਆ ਹੈ। ਮਨਸਾ ਮਾਰ ਮਨ ਮੈਂ ਰਾਖੈ ਸਤਿਗੁਰ ਸ਼ਬਦ ਵਿਚਾਰੀ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ। ਗੁਰੂ ਦੇ ਸ਼ਬਦ ਦਾ ਵਿਚਾਰਨਾ ਕੀ ਹੈ? ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਅਰਾਧਿਆ ਹੈ, ਜਪਿਆ ਹੈ, ਗੁਰੂ ਦੇ ਸ਼ਬਦ ਦਾ ਜਿਨ੍ਹਾਂ ਨੇ ਅਭਿਆਸ ਕੀਤਾ ਹੈ, ਐਸੇ ਜਿਹੜੇ ਗੁਰਮੁਖ ਹਨ, ਉਹਨਾਂ ਨੇ ਮਨਸਾ ਮਾਰ, ਜਿਹੜੀਆਂ ਵਾਸ਼ਨਾਵਾਂ ਮਨ ਦੀਆਂ, ਇਹਨਾਂ ਨੂੰ ਮਾਰ ਲਿਆ ਹੈ। ਮਨ ਦੇ ਵਿੱਚ ਬੈਠਿਆਂ ਬੈਠਿਆਂ ਫੁਰਨੇ ਆਉਂਦੇ ਨੇ, ਇਹ ਫੁਰਨੇ ਉਹਨਾਂ ਗੁਰਮੁਖਾਂ ਨੇ ਮਾਰ ਲਏ ਨੇ, ਫੁਰਨੇ ਨਹੀਂ ਉਹਨਾਂ ਨੂੰ ਆਉਂਦੇ ਹਨ। ਇਸੇ ਤਰ੍ਹਾਂ ਤੇ ਪਾਤਸ਼ਾਹ ਕਹਿਣ ਲੱਗੇ, ਮਨਹਿ ਮਹਿ ਰਾਖੈ। ਆਪਣੇ ਮਨ ਨੂੰ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਕਾਬੂ ਕਰਕੇ ਰੱਖ ਲਿਆ ਹੈ। ਮਨ ਉਹਨਾਂ ਨੇ ਕਾਬੂ ਕੀਤਾ ਹੋਇਆ। ਵਾਸ਼ਨਾ ਨੂੰ ਉਹਨਾਂ ਗੁਰਮੁਖਾਂ ਨੇ ਗੁਰੂ ਸ਼ਬਦ ਨਾਲ ਮਾਰ ਲੈਣਾ ਕੀਤਾ ਹੈ। ਸੁਰਤਾਂ ਨਾਥ ਵਾਜੇ ਘਟ ਘਟ ਜੋਤ ਤੁਮਾਰੀ। ਪਰਮਾਤਮਾ ਜੋ ਘਟਾਂ ਘਟਾਂ ਵਿੱਚ ਆਪ ਜੀ ਦੀ ਜੋਤ ਹੈ ਨਾ, ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਜਿੱਥੇ ਤੁਹਾਡਾ ਵਾਸਾ ਨਹੀਂ ਹੈ। ਘਟ ਘਟ ਜੋਤ ਤੁਮਾਰੀ। ਜਿਹੜੇ ਗੁਰਮੁਖ ਨੇ ਉਹਨਾਂ ਘਟਾਂ ਘਟਾਂ ਵਿੱਚ ਇਹ ਨਿਸ਼ਚੈ ਕੀਤਾ ਹੈ ਕਿ ਆਪ ਜੀ ਦੀ ਜੋਤ ਸਾਰਿਆਂ ਥਾਵਾਂ 'ਤੇ ਸੁਭਾਏਮਾਨ ਹੋ ਰਹੀ ਹੈ। ਸਿੰਘੀ ਸੁਰਤ ਅਨਾਹਦ ਵਾਜੈ। ਅਨਾਹਦ ਤੋਂ ਭਾਵ ਹੈ ਗੁਰਮੁਖੋ ਇੱਕ ਰਸ ਉਹਨਾਂ ਦੇ ਅੰਦਰ ਫਿਰ ਇਹ ਨਾਮ ਰੂਪੀ ਸਿੰਘੀ ਵੱਜਦੀ ਹੈ। ਪਰਪੰਚ ਬੇਣ ਤਹੀ ਮਨ ਰਾਖਿਆ। ਪਰਮਾਤਮਾ ਨੇ ਇਹ ਪਰਪੰਚ ਸੰਸਾਰ ਦੀ ਬਨਾਵਟ ਨੂੰ ਬਣਾਇਆ ਹੈ। ਬੇਣ ਤੋਂ ਭਾਵ ਹੈ ਗੁਰਮੁਖੋ ਬਨਾਵਟ ਬਣਾਉਣੀ। ਉਸ ਪਰਮਾਤਮਾ ਨੇ ਇਹ ਸੰਸਾਰ ਰੂਪੀ ਬਨਾਵਟ ਬਣਾਈ ਹੈ। ਤਹੀਂ ਮਨ ਰਾਖਿਆ, ਇਹਦੇ ਵਿੱਚ ਉਸਨੇ ਮਨ ਨੂੰ ਟਿਕਾ ਕੇ ਰੱਖਣਾ ਕੀਤਾ ਹੈ। ਅਗਨ ਪਰਜਾਰੀ। ਤੇ ਇਸੇ ਤਰ੍ਹਾਂ ਜਦੋਂ ਸਤਿਗੁਰੂ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਤੇ ਕਹਿਣ ਲੱਗੇ ਉਸ ਵੇਲੇ ਮਹਾਰਾਜ ਨੇ ਕੀ ਕੀਤਾ ਹੈ, ਇਹ ਬ੍ਰਹਮਾ ਦ੍ਰਿਸ਼ਟੀ ਰੂਪ ਜਿਹੜੀ ਅੱਗ ਹੈ, ਇਸ ਨੂੰ ਜਾਰੀ ਕਹੀਏ ਪ੍ਰਕਾਸ਼ ਕੀਤਾ, ਪ੍ਰਜੁਲਿਤ ਕੀਤਾ ਹੈ। ਬ੍ਰਹਮਾ ਦ੍ਰਿਸ਼ਟੀ ਰੂਪੀ ਅਗਨੀ ਨੂੰ ਉਸ ਵੇਲੇ ਬਾਲਿਆ ਹੈ। ਫਿਰ ਫਰਮਾਉਂਦੇ ਹਨ, ਪਰਪੰਚ ਬੇਨ ਤਹੀ ਮਨ ਰਾਖਿਆ। ਪਰਪੰਚ ਤੋਂ ਭਾਵ ਪੰਜ ਜਿਹੜੇ ਸ੍ਰੇਸ਼ਟ ਮਹਾਤਮਾ ਹਨ, ਨਾਮ ਦੇ ਰਸੀਏ ਗੁਰਮੁਖ, ਜਦੋਂ ਉਹਨਾਂ ਨੇ ਉਪਦੇਸ਼ ਰੂਪੀ ਵਾਜੇ ਨੂੰ ਵਜਾਉਣਾ ਕੀਤਾ ਹੈ, ਤੇ ਇਸ ਤਰ੍ਹਾਂ ਉਹਨਾਂ ਗੁਰਮੁਖਾਂ ਨੇ ਉਸ ਉਪਦੇਸ਼ ਦੇ ਵਿੱਚ ਆਪਣੇ ਮਨ ਨੂੰ ਰੱਖਿਆ ਹੈ, ਮਨ ਨੂੰ ਟਿਕਾਇਆ ਹੈ। ਕਹਿਣ ਲੱਗੇ ਫਿਰ ਉਹਨਾਂ ਨੇ ਭਾਈ ਇਹ ਦਾਤ ਪ੍ਰਾਪਤ ਕੀਤੀ ਹੈ। ਅਗਨ ਪਰਜਾਰੀ। ਅਤੇ ਫਿਰ ਭਲੀ ਪ੍ਰਕਾਰ ਇਹ ਬ੍ਰਹਮ ਦ੍ਰਿਸ਼ਟੀ ਰੂਪ ਜਿਹੜੀ ਅੱਗ ਹੈ ਪ੍ਰਜੁਲਿਤ ਕੀਤੀ ਹੈ। ਬ੍ਰਹਮ ਦ੍ਰਿਸ਼ਟੀ ਕੀ ਹੈ? ਸਾਰਿਆਂ ਥਾਵਾਂ 'ਤੇ ਪਰਮਾਤਮਾ ਵੇਖਣਾ, ਹਰੇਕ ਥਾਂ 'ਤੇ ਉੱਪਰ ਉਸ ਦੀ ਜੋਤ ਦੇ ਦਰਸ਼ਨ ਕਰ ਲੈਣੇ। ਇਹ ਉਹਨਾਂ ਗੁਰਮੁਖਾਂ ਨੇ ਬ੍ਰਹਮ ਦ੍ਰਿਸ਼ਟੀ ਬਣਾਈ ਹੈ। ਪੰਜ ਤਤ ਮਿਲ ਐਨਸ ਦੀਪਕ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤਤ ਮਿਥਿਆ ਦੇ ਵਿਸ਼ੇਸ਼ਣ ਕਰਨ ਵਾਲੇ ਜਿਹੜੇ ਪੰਜ ਕਹੀਏ ਸ੍ਰੇਸ਼ਟ ਮਹਾਤਮਾ ਹਨ, ਉਹਨਾਂ ਨੇ ਉਸ ਵੇਲੇ ਕੀ ਕੀਤਾ, ਐਹਨਸ ਦੀਪਕ,
ਦਿਨ ਰਾਤ ਇਹ ਗਿਆਨ ਰੂਪੀ ਦੀਵਾ ਬਾਲਿਆ ਹੈ। ਜਿਹੜੇ ਮਹਾਤਮਾ ਹਨ, ਗੁਰਮੁਖ ਨਾਮ ਦੇ ਰਸੀਏ, ਉਹਨਾਂ ਨੇ ਇਹ ਗਿਆਨ ਦਾ ਦੀਵਾ ਦਿਨੇ ਰਾਤ ਆਪਣੇ ਹਿਰਦੇ ਵਿੱਚ ਬਾਲਣਾ ਕੀਤਾ ਹੈ। ਨਿਰਮਲ ਜੋਤ ਅਪਾਰੀ, ਕਿਉਂਕਿ ਉਸ ਪ੍ਰਮਾਤਮਾ ਦੀ ਜਿਹੜੀ ਜੋਤ ਹੈ ਨਾ ਗੁਰਮੁਖੋ, ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਉਹ ਪ੍ਰਮਾਤਮਾ ਐਸਾ ਹੈ, ਐਸੀ ਜੋਤ ਦਾ ਉਹ ਮਾਲਕ ਹੈ। ਫਿਰ ਫਰਮਾਉਂਦੇ ਹਨ, ਪੰਜ ਤਤ ਮਿਲ ਐਨਸ ਦੀਪਕ। ਗੁਰਮੁਖੋ ਪੰਜ ਤੱਤ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਇਤਿਆਦਿਕ। ਇਹ ਜਿਹੜੇ ਪੰਜ ਸ਼ੁਭ ਗੁਣ ਹਨ, ਇਹ ਸ਼ੁਭ ਗੁਣਾਂ ਦੇ ਨਾਲ ਜਿਸ ਵੇਲੇ ਗੁਰਮੁਖ ਮਿਲੇ ਹਨ, ਨਿਰਮਲ ਜੋਤ ਅਪਾਰੀ, ਤੇ ਉਹਨਾਂ ਨੂੰ ਅਪਾਰ ਪਰਮਾਤਮਾ ਦੀ ਨਿਰਮਲ ਜੋਤ ਦੇ ਦਰਸ਼ਨ ਹੋ ਗਏ, ਪ੍ਰਾਪਤੀ ਹੋ ਗਈ। ਫਿਰ ਫਰਮਾਉਂਦੇ ਹਨ, ਪੰਜ ਤਤ ਮਿਲ ਐਨਸ ਦੀਪਕ। ਇਸੇ ਤਰ੍ਹਾਂ ਪੰਜਾਂ ਤੱਤਾਂ ਦੀ ਰਹਿਣੀ ਨਾਲ ਮਿਲਿਆ ਤਾਂ ਦਿਨ ਰਾਤ ਗਿਆਨ ਰੂਪੀ ਦੀਵਾ ਪ੍ਰਕਾਸ਼ਿਆ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਮਿਲੀ ਹੈ। ਨਿਰਮਲ ਜੋਤ ਅਪਾਰੀ, ਤੇ ਗਿਆਨ ਤੇ ਪ੍ਰਕਾਸ਼ ਦੇ ਕਰਨ ਵਾਲੇ ਸਤਿਗੁਰਾਂ ਦੀ ਅਪਾਰ ਜੋਤ ਉਸ ਨੂੰ ਪ੍ਰਾਪਤ ਹੋਈ ਹੈ। ਰਬ ਸਸ ਲੋਕੇ ਇਹੋ ਤਨ ਕਿੰਗਰੀ। ਮਹਾਰਾਜ ਕਹਿਣ ਲੱਗੇ, ਰਬ ਕਹੀਏ ਇਸੇ ਤਰ੍ਹਾਂ ਸੂਰਜ ਤੇ ਸੱਸ ਕਹੀਏ ਚੰਦਰਮਾ। ਇਹ ਚੰਦਰਮਾ ਤੇ ਸੂਰਜ ਜਿਹੜੇ ਪ੍ਰਮਾਤਮਾ ਨੇ ਬਣਾਏ ਨੇ, ਇਹ ਦੋ ਲੌਕੇ ਨੇ। ਲੌਕੇ ਕਹਿੰਦੇ ਤੁੰਬੇ ਨੂੰ, ਇਹ ਦੋ ਤੁੰਬੇ ਹਨ। ਇਹ ਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ। ਇਹ ਜਿਹੜਾ ਤਾਂ ਸਾਰਾ ਵੈਰਾਟ ਹੀ ਹੈ, ਇਹ ਕਿੰਗ ਵੱਜਦੀ ਪਈ ਹੈ। ਜੋ ਪ੍ਰਮਾਤਮਾ ਦਾ ਸਾਰਾ ਵੈਰਾਟ ਸਰੂਪ ਹੈ, ਕਹਿਣ ਲੱਗੇ ਇਹ ਕਿੰਗ ਵੱਜਦੀ ਪਈ ਹੈ। ਸ਼ਬਦ ਨਿਰਾਰੀ ਅਤੇ ਵੱਖਰੋ ਵੱਖਰਾ ਸ਼ਬਦ ਹੋ ਰਿਹਾ ਹੈ। ਸਾਰਿਆਂ ਥਾਵਾਂ ਤੇ ਵੱਖਰੀ ਵੱਖਰੀ ਧੁਨੀ ਉਸ ਦੀ ਹੋ ਰਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ, ਰਬ ਸਸ ਲੋਕੇ ਉਹ ਤਨ ਕਿੰਗਰੀ। ਗੁਰਮੁਖੋ ਰਬ ਸਸ ਕੀ ਹੈ? ਸਾਡਾ ਸੱਜਾ ਤੇ ਜਿਹੜਾ ਸਾਡਾ ਖੱਬਾ ਨੇਤਰ ਹਨ। ਇਹ ਨੇਤਰਾਂ ਰੂਪੀ ਦੋ ਤੁੰਬੇ ਪ੍ਰਮਾਤਮਾ ਨੇ ਬਣਾਏ ਹੋਏ ਹਨ। ਇਸੇ ਤਰ੍ਹਾਂ ਇਹੋ ਤਨ ਕਿੰਗਰੀ, ਇਹ ਜਿਹੜਾ ਸਥੂਲ ਸਰੀਰ ਹੈ, ਇਹ ਕਿੰਗ ਵੱਜਦੀ ਪਈ ਹੈ। ਐਸਾ ਉਹ ਪ੍ਰਮਾਤਮਾ ਹੈ। ਵਾਜੇ ਸ਼ਬਦ ਨਿਰਾਰੀ। ਤੇ ਪਾਤਸ਼ਾਹ ਕਹਿਣ ਲੱਗੇ, ਨਿਰਾਲਾ ਸ਼ਬਦ ਹੋ ਰਿਹਾ ਹੈ, ਕਿਉਂਕਿ ਹਰੇਕ ਹੀ ਗੁਰਮੁਖੋ ਦੂਜੇ ਤੋਂ ਵੱਖਰਾ ਹੈ। ਇੱਕ ਬੰਦੇ ਦੀ ਚਾਲ ਦੂਜੇ ਨਾਲ ਨਹੀਂ ਮਿਲਦੀ ਹੈ। ਇੱਕ ਬੰਦੇ ਦਾ ਬੋਲ ਚਾਲ ਦੂਜੇ ਨਾਲ ਨਹੀਂ ਮਿਲਦਾ ਹੈ। ਇੱਕ ਬੰਦੇ ਦੀ ਦਸਤਾਰ ਦੂਜੇ ਨਾਲ ਨਹੀਂ ਮਿਲਦੀ ਹੈ। ਸੋ ਵਿਦਵਾਨਾਂ ਦਾ ਕਥਨ ਹੈ, ਗੁਫਤਾਰ, ਦਸਤਾਰ ਤੇ ਇਸੇ ਤਰ੍ਹਾਂ ਕਹਿਣ ਲੱਗੇ ਚਾਲ, ਇਹ ਜਿਹੜੀ ਇੱਕ ਦੂਜੇ ਨਾਲ ਮਿਲਦੀ ਨਹੀਂ ਹੈ। ਇਹ ਪਰਮਾਤਮਾ ਨੇ ਵੱਖਰੀ ਵੱਖਰੀ ਸ੍ਰਿਸ਼ਟੀ ਬਣਾਈ ਹੈ। ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਮੇਰੇ ਪ੍ਰਭ ਇੱਕ ਖੇਲ ਉਪਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਰੱਬ ਨੇ ਇੱਕ ਵਰਗਾ ਦੂਜਾ ਪੈਦਾ ਨਹੀਂ ਕੀਤਾ। ਬੋਲ ਚਾਲ ਇੱਕ ਵਰਗਾ ਦੂਜੇ ਦਾ ਨਹੀਂ ਹੈ। ਚਾਲ, ਤੁਰਨ ਫਿਰਨ ਵਾਲਾ ਸੁਭਾਅ ਇੱਕ ਦੂਜੇ ਦਾ ਦੂਜੇ ਨਾਲ ਨਹੀਂ ਮਿਲਦਾ ਹੈ। ਦਸਤਾਰ ਇਹ ਇੱਕ ਦੂਜੇ ਨਾਲ ਨਹੀਂ ਮਿਲਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ ਸਾਰਿਆਂ ਨੂੰ ਭਿੰਨ ਭਿੰਨ ਕਰਕੇ ਬੈਠਾ ਹੈ। ਸੋ ਇਹੋ ਹੀ ਜਿਹੜੀ ਹੈ ਭਿੰਨ ਭਿੰਨ ਕਰਨਾ, ਇਹੋ ਹੀ ਕਿੰਗ ਦਾ ਵਜਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ, ਰਬ ਸਸ ਲੋਕੇ ਹੋ ਤਨ ਕਿੰਗਰੀ। ਇਹ ਏੜਾ ਤੇ ਪਿੰਗਲਾ ਗੁਰਮੁਖੋ ਜਿਹੜੀਆਂ ਦੋ ਇਹ ਨਾੜੀਆਂ ਹਨ। ਸੋ ਕਹਿਣ ਲੱਗੇ ਪ੍ਰਮਾਤਮਾ ਨੇ ਦੋ ਤੁੰਬੇ ਬਣਾਏ ਹਨ। ਵਾਜੇ ਸ਼ਬਦ ਨਿਰਾਰੀ। ਇਹ ਜਿਹੜਾ ਤਨ ਦਾ ਕ੍ਰਿਸ਼ ਹੋਣਾ, ਇਹੋ ਹੀ ਕਿੰਗ ਵੱਜਦੀ ਪਈ ਹੈ। ਨਿਰਾਲਾ ਸ਼ਬਦ ਇਸ ਤਰ੍ਹਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸ਼ਿਵ ਨਗਰੀ ਮੈਂ ਆਸਣ ਔਦੂ। ਔਦੂ ਨਾਮ ਹੈ ਗੁਰਮੁਖੋ ਜੋਗੀ ਦਾ। ਕਹਿਣ ਲੱਗਿਆ, ਜੋਗੀ ਜੀ ਸੁਣਨਾ ਕਰ, ਇਹ ਜਿਹੜੀ ਸਤ ਸੰਗਤ ਹੈ, ਇਹ ਸ਼ਿਵ ਨਗਰੀ ਹੈ। ਵਿਦਵਾਨਾਂ ਦਾ ਕਥਨ ਹੈ ਵੀ ਸ਼ਿਵ ਜੀ ਦਾ ਨਿਵਾਸ ਕੈਲਾਸ਼ ਪਰਬਤ 'ਤੇ ਹੈ। ਕਹਿਣ ਲੱਗੇ ਸਤ ਸੰਗਤ ਹੀ ਕੈਲਾਸ਼ ਪਰਬਤ ਹੈ। ਇਹ ਜੋਗੀ ਸੁਣਨਾ ਕਰ। ਫਿਰ ਫਰਮਾਉਂਦੇ ਹਨ, ਸ਼ਿਵ ਨਗਰੀ ਮੈਂ ਆਸਣ ਔਦੂ। ਜਾਂ ਸ਼ਿਵ ਨਗਰੀ ਕੀ ਹੈ? 10ਵਾਂ ਦਵਾਰ। ਜੋਗੀ 10ਵੇਂ ਦਵਾਰ ਦੀ ਪ੍ਰਾਪਤੀ ਕਰਦੇ। ਕਹਿਣ ਲੱਗੇ ਜੋਗੀ ਸੁਣਨਾ ਕਰ, ਇਹ ਜੋ 10ਵਾਂ ਦਵਾਰ ਹੈ, ਇਸ ਦੇ ਵਿੱਚ ਜਿਹੜਾ ਬੈਠਣਾ ਹੈ, ਅਲਖ ਅਗੰਮ ਅਪਾਰੀ। ਤੇ ਕਹਿਣ ਲੱਗੇ ਵੀ ਇਹ ਸ਼ਿਵ ਨਗਰੀ ਦਾ ਆਸਣ ਲਗਾਉਣਾ ਹੈ, ਜਿਹੜਾ 10ਵੇਂ ਦਵਾਰ ਦੀ ਪ੍ਰਾਪਤ ਕਰਨੀ ਹੈ। ਜੋ ਅਪਾਰ ਪ੍ਰਭੂ ਆਪਣੇ ਆਪ ਕਰਕੇ ਅਲਖ ਹੈ, ਬੇਅੰਤ ਹੈ। ਸੋ ਇਹ ਉਸ ਦੀ ਨਗਰੀ ਹੈ। ਸਤ ਸੰਗਤ ਵੀ ਉਸ ਦੀ ਨਗਰੀ ਹੈ। ਇਹ 10ਵਾਂ ਦਵਾਰ ਵੀ ਉਸ ਪਰਮਾਤਮਾ ਦਾ ਨਗਰ ਹੈ। ਕਾਇਆ ਨਗਰੀ ਇਹੋ ਮਨ ਰਾਜਾ। ਇਹ ਕਾਇਆ ਰੂਪੀ ਨਗਰੀ ਹੈ, ਸਰੀਰ ਰੂਪੀ ਨਗਰ ਹੈ, ਤੇ ਮਨ ਰੂਪੀ ਰਾਜਾ ਇੱਥੇ ਪੂਜਨੀਕ ਹੋ ਰਿਹਾ ਹੈ। ਪੰਜ ਵਸ ਹੈ ਵਿਚਾਰੀ। ਤੇ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਪੰਜ ਕੀ ਨੇ? ਸਤ, ਸੰਤੋਖ, ਧੀਰਜ, ਧਰਮ ਤੇ ਵਿਚਾਰ। ਇਹ ਪੰਜ ਜਿਹੜੇ ਸ਼ੁਭ ਗੁਣ ਹਨ, ਇੱਥੇ ਆ ਕੇ ਵਸਦੇ ਪਏ।
ਫਿਰ ਫਰਮਾਉਂਦੇ ਹਨ। ਕਾਇਆ ਨਗਰੀ ਇਹੋ ਮਨ ਰਾਜਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਰੀਰ ਰੂਪੀ ਨਗਰ ਹੈ ਤੇ ਉਹ ਜੋ ਰਾਜਾ ਪਰਮੇਸ਼ਰ ਗਿਆਨ ਸਰੂਪ ਹੈ। ਪੰਜ ਵਸੇ ਵਿਚਾਰੀ। ਪੰਜ ਗਿਆਨ ਇੰਦਰੇ ਰੂਪ ਹੋ ਕੇ ਤੇ ਪੰਜ ਕਰਮ ਰੂਪ ਹਿੰਦਰੇ ਹੋ ਕੇ ਉਹ ਵਿਚਾਰ ਦੇ ਵਿੱਚ ਆ ਕੇ ਸਾਰੇ ਵਸ ਰਹੇ ਹਨ। ਸ਼ਬਦ ਰਵੈ ਆਸਨ ਘਰ ਰਾਜਾ। ਅਦਲ ਕਰੇ ਗੁਣਕਾਰੀ। ਗੁਰਮੁਖੋ ਅਦਲ ਕਹਿੰਦੇ ਨਿਆਂ ਕਰਨ ਵਾਲੇ ਨੂੰ, ਜਿਹੜਾ ਨਿਆਂ ਕਰੇ। ਬਚਨ ਆਪਾਂ ਪੜ੍ਹਦੇ ਹਾਂ, ਪੂਰਾ ਨਿਆਓ ਕਰੇ ਕਰਤਾਰ। ਪਰਮਾਤਮਾ ਹੀ ਹੈ ਜਿਹੜਾ ਪੂਰਾ ਨਿਆਓ ਕਰਦਾ ਹੈ। ਇੱਕ ਤਿਲ ਨਹੀਂ ਭੰਨੇ ਘਾਲੇ। ਇੱਕ ਤਿਲ ਜਿੰਨਾ ਵੀ ਕਿਸੇ ਦੀ ਕਮਾਈ ਦਾ ਇੱਧਰ ਉੱਧਰ ਨਹੀਂ ਹੋਣ ਦਿੰਦਾ, ਪੂਰੇ ਦਾ ਪੂਰਾ ਫਲ ਦਿੰਦਾ ਹੈ। ਕਹਿਣ ਲੱਗੇ ਅਦਲ ਕਰੇ, ਨਿਆਂ ਦੇ ਕਰਨ ਵਾਲਾ ਅਤੇ ਇਸੇ ਤਰ੍ਹਾਂ ਗੁਣਕਾਰੀ, ਸ਼ੁਭ ਗੁਣਾਂ ਦੇ ਕਰਨ ਵਾਲਾ ਜੋ ਪਰਮੇਸ਼ਰ ਅਕਾਲ ਪੁਰਖ ਹੈ। ਸ਼ਬਦ ਰਵੈ ਆਸਨ ਘਰ ਰਾਜਾ। ਉਹ ਸਤ ਸੰਗਤ ਘਰ ਦੇ ਵਿੱਚ ਆਸਨ ਲਗਾ ਕੇ ਗੁਰੂ ਦੇ ਉਪਦੇਸ਼ ਨੂੰ ਰਵੇ ਕਹੀਏ ਉਚਾਰੇ। ਤਾਂ ਕਹਿਣ ਲੱਗੇ ਅੰਤਰਮੁਖਤਾ ਰੂਪੀ ਘਰ ਦੇ ਵਿੱਚ ਜਦੋਂ ਗੁਰਮੁਖ ਬੈਠਦੇ ਪ੍ਰਾਪਤੀ ਕਰਦੇ ਹਨ ਤੇ ਉਦੋਂ ਕੀ ਦਾਤ ਪ੍ਰਾਪਤ ਹੁੰਦੀ ਹੈ। ਕਹਿਣ ਲੱਗੇ ਫਿਰ ਬ੍ਰਹਮ, ਉਹ ਬ੍ਰਹਮ ਨੂੰ ਉਚਾਰਦਾ ਹੈ। ਜਿਨ੍ਹਾਂ ਨੇ ਬ੍ਰਹਮ ਨੂੰ ਉਚਾਰਿਆ ਹੈ, ਸ਼ਬਦ ਰਵੈ ਬ੍ਰਹਮ ਨੂੰ ਜਿਨ੍ਹਾਂ ਨੇ ਉਚਾਰਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਜਿਹੜੇ ਗੁਰਮੁਖ ਨੇ ਉਹ ਰਾਜੇ ਦਾ ਘਰ ਕੀ ਹੈ, ਇਹ ਜਿਹੜਾ ਸਤ ਸੰਗਤ ਹੈ, ਇਹ ਸਤ ਸੰਗਤ ਵਿੱਚ ਆ ਕੇ ਉਹ ਗੁਰਮੁਖ ਸਥਿਤ ਹੁੰਦੇ, ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਫਿਰ ਉਹ ਗੁਰਮੁਖ ਇਹ ਬਚਨ ਨਿਸ਼ਚੈ ਕਰ ਲੈਂਦੇ ਕਿ ਪਰਮਾਤਮਾ ਪੂਰਾ ਨਿਆਂ ਕਰੇਗਾ, ਪੂਰਾ ਉਹ ਫਲ ਦੇਵੇਗਾ, ਬਲਕਿ ਬਰਕਤਾਂ ਵਾਲਾ ਬਹੁਤਾ ਫਲ ਦੇਵੇਗਾ। ਐਸਾ ਉਹਨਾਂ ਗੁਰਮੁਖਾਂ ਦਾ ਵਿਚਾਰ ਬਣ ਜਾਂਦਾ ਹੈ। ਕਹਿਣ ਲੱਗੇ ਐਸਾ ਉਹ ਪਰਮਾਤਮਾ ਹੈ ਗੁਣਾਂ ਦੇ ਕਰਨ ਵਾਲਾ। ਤੇ ਕਾਰੀ ਨਾਮ ਗੁਰਮੁਖੋ ਔਸ਼ਧੀ ਦਾ ਹੈ। ਗੁਣਕਾਰੀ, ਗੁਣ ਸ਼ੁਭ ਗੁਣਾਂ ਦੇ ਦੇਣ ਵਾਲਾ। ਤੇ ਕਾਰੀ ਕਹੀਏ ਔਸ਼ਧੀ ਕਰਨ ਵਾਲਾ, ਇਲਾਜ ਕਰਨ ਵਾਲਾ ਉਹ ਪਰਮਾਤਮਾ ਹੈ ਜੋ ਬ੍ਰਹਮ ਰੂਪ ਹੋ ਕੇ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ। ਕਾਲ ਵਿਕਾਲ ਕਹੈ ਬਪਰੇ। ਜੀਵਤ ਮੁਆ ਮਨ ਮਾਰੀ। ਜਿਨ੍ਹਾਂ ਨੇ ਜੀਵਤ ਭਾਵ ਤੋਂ ਆਪਣੇ ਮਨ ਦੀਆਂ ਵਾਸ਼ਨਾਵਾਂ ਮਾਰ ਲਈਆਂ। ਗੁਰਮੁਖੋ ਮਹਾਰਾਜ ਦੀ ਬਾਣੀ ਦਾ ਬਚਨ ਹੈ, ਮਰਨ ਮੁਕਤ ਕਿਨ ਪਾਈ। ਮਰਿਆ ਨਹੀਂ ਮੁਕਤੀ ਮਿਲਦੀ ਹੈ। ਮੁਕਤੀ ਮਿਲਦੀ ਜਿਉਂਦਿਆਂ। ਕਿਵੇਂ ਮਿਲਦੀ ਹੈ? ਜਿਹਨੇ ਜਿਉਂਦਿਆਂ ਹੀ ਆਪਣੇ ਮਨ ਦੀਆਂ ਵਾਸ਼ਨਾ ਮਾਰ ਲਈਆਂ। ਪਾਤਸ਼ਾਹ ਕਹਿਣ ਲੱਗੇ ਜੀਵਤ ਮੂਆ ਮਨ ਮਾਰੀ। ਜਿਹਨੇ ਜੀਵਤ ਭਾਵ ਤੋਂ ਮਰ ਜਾਣਾ ਕੀਤਾ ਹੈ ਅਤੇ ਮਨ ਦੀਆਂ ਵਾਸ਼ਨਾਵਾਂ ਜਿਸ ਨੇ ਮਾਰ ਲਈਆਂ ਹਨ। ਕਾਲ ਵਿਕਾਲ ਕਹੈ ਬਪਰੇ। ਤੇ ਇਹ ਜਿਹੜੇ ਬਪਰੇ ਵਿਚਾਰੇ ਕਾਲ ਜੰਮਣ ਮਰਨਾ, ਇਹ ਫਿਰ ਕੀ ਕਰ ਸਕਦੇ? ਇਹ ਜਿਹੜੇ ਵਿਚਾਰੇ ਜੰਮਣ ਤੇ ਮਰਨ ਦੁੱਖ ਨੇ ਨਾ, ਇਹ ਕੁਝ ਨਹੀਂ ਕਰ ਸਕਦੇ। ਕਿਹਦਾ ਕੁਝ ਨਹੀਂ ਕਰ ਸਕਦੇ? ਜਿਸ ਨੇ ਜੀਵਤ ਭਾਵ ਤੋਂ ਆਪਣੇ ਆਪ ਨੂੰ ਮਾਰ ਲਿਆ ਹੈ, ਜਿਸ ਨੇ ਵਾਸ਼ਨਾ ਮਾਰ ਲਈਆਂ। ਇਹ ਕਾਲ ਵੀ ਫਿਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਜਾਂ ਕਹਿ ਲਈਏ ਜੰਮਣ ਮਰਨ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ ਦੇ ਸਕਦਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ। ਸੋ ਉਸ ਪਰਮਾਤਮਾ ਨੇ ਇਹਨਾਂ ਨੂੰ ਸ਼ਕਤੀ ਬਖਸ਼ਿਸ਼ ਕੀਤੀ ਹੈ। ਬ੍ਰਹਮਾ ਨੂੰ ਇਹ ਬਚਨ ਕੀਤਾ ਕਿ ਤੁਸੀਂ ਸ੍ਰਿਸ਼ਟੀ ਪੈਦਾ ਕਰੋ। ਇਸੇ ਤਰ੍ਹਾਂ ਵਿਸ਼ਨੂੰ ਨੂੰ ਬਚਨ ਹੋਇਆ ਕਿ ਤੁਸੀਂ ਇਸ ਦੀ ਪਾਲਣਾ ਕਰੋ। ਅਤੇ ਸ਼ਿਵ ਜੀ ਨੂੰ ਹੁਕਮ ਇਹ ਆ ਵੀ ਤੁਸੀਂ ਇਸ ਦੀ ਲੈਤਾ ਕਰਨੀ, ਸੰਘਾਰ ਕਰਨਾ ਹੈ। ਇਹ ਸਾਰੇ ਜਿਹੜੇ ਦੇਵਤੇ ਨੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਉਹਦੀ ਸ਼ਕਤੀ ਵਿੱਚ ਇਹ ਸਭ ਕੁਝ ਕਰਦੇ ਪਏ। ਜਾਂ ਕਹਿ ਲਈਏ ਵੀ ਪਰਮਾਤਮਾ ਤੋਂ ਸ਼ਕਤੀ ਲੈ ਕੇ ਇਹ ਸਾਰੇ ਕਾਰਜ ਕਰਦੇ ਪਏ। ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ। ਇਹ ਤਿੰਨੇ ਦੇਵਤੇ ਇੱਕ ਰੂਪ ਹੀ ਹਨ। ਆਪੇ ਕਰਤਾ ਕਾਰੀ। ਅਤੇ ਕਰਤਾ ਅਕਾਲ ਪੁਰਖ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਹ ਦੇਵਤੇ ਜਿਹੜੇ ਨੇ ਸਾਰੇ ਕਾਰਜਾਂ ਨੂੰ, ਦੁਨੀਆ ਨੂੰ ਚਲਾਉਣ ਵਿੱਚ, ਸੇਵਾ ਵਿੱਚ ਲੱਗੇ ਹੋਏ ਹਨ। ਕਾਇਆ ਸੋਧ ਤਰਾ ਭਵ ਸਾਗਰ। ਮਹਾਰਾਜ ਕਹਿਣ ਲੱਗੇ ਜਿਸ ਨੇ ਕਾਇਆ ਨੂੰ ਸੁਧਿਆ ਹੈ ਉਹ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਂਦਾ ਹੈ। ਕਾਇਆ ਦਾ ਸੁਧਨਾ ਕੀ ਹੈ? ਗੁਰਮੁਖੋ ਜਿਹੜਾ ਜੜ ਦੁੱਖ ਰੂਪ ਹੈ, ਇਹ ਜੋ ਕਾਇਆ ਹੈ ਨਾ ਸਾਡੀ, ਇਹ ਅਸਤ ਹੈ, ਇਹ ਨਾਸਵੰਤ ਹੈ। ਇਹ ਜਾਣ ਲੈਣਾ, ਇਹ ਹੈ ਕਾਇਆ ਦਾ ਸੁਧਨਾ। ਕਾਇਆ ਕਹੀਏ ਸਰੀਰ ਦਾ ਸੁਧਨਾ ਕੀ ਹੈ? ਸਰੀਰ ਦਾ ਸੁਧਨਾ ਇਹ ਹੈ ਜਿਹੜਾ ਇਹ ਗੱਲ ਸਮਝ ਲੈਣੀ ਵੀ ਸਰੀਰ ਨਾਸਵੰਤ ਹੈ, ਇਹ ਅਸਤ ਹੈ, ਸਦਾ ਰਹਿਣ ਵਾਲਾ ਨਹੀਂ। ਇਸੇ ਤਰ੍ਹਾਂ ਇਹ ਜੋ ਸਰੀਰ ਹੈ ਇਹ ਸਾਡਾ ਦੁੱਖ ਰੂਪ ਹੈ। ਸਾਨੂੰ ਇਹ ਸਰੀਰ ਮਿਲਿਆ ਨਾ ਕੋਈ ਸਾਨੂੰ ਦੁੱਖ ਮਿਲਿਆ ਹੀ ਰਹਿੰਦਾ। ਕਦੇ ਪਰਿਵਾਰ ਦਾ ਕੋਈ ਮਾੜਾ ਸੁਨੇਹਾ ਆ ਗਿਆ, ਕਦੇ ਆਪ ਨੂੰ ਕੋਈ ਦੁੱਖ ਲੱਗ ਗਿਆ, ਕੋਈ ਬਿਮਾਰੀ ਲੱਗ ਗਈ। ਇਹ ਸਰੀਰ ਹੈ ਹੀ ਦੁੱਖ ਰੂਪ, ਇਹਦੇ ਵਿੱਚ ਕੋਈ ਨਾ ਕੋਈ ਆ ਕੇ ਦੁੱਖ ਮਿਲਦਾ ਹੈ। ਇਹ ਜਿਹੜਾ ਸਰੀਰ ਦੁੱਖ ਰੂਪ ਹੈ, ਇਹ ਕਹਿੰਦੇ ਕਾਇਆ ਦਾ ਸੁਧਨਾ। ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਨਾ ਵੀ ਸਰੀਰ ਨਾਲ ਕਾਹਦਾ ਮੋਹ ਪਾਉਣਾ, ਸਰੀਰ ਦਾ ਤਾਂ ਕੰਮ ਹੀ ਦੁੱਖ ਦੇਣਾ ਹੈ।
ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਸਰੀਰ ਨਾਸਵੰਤ ਹੈ। ਜਿਹੜੇ ਗੁਰਮੁਖ ਇਸ ਤਰ੍ਹਾਂ ਜਾਣ ਲੈਂਦੇ, ਕਹਿੰਦੇ ਕਾਇਆ ਸੁੱਧ ਹੈ, ਉਹਨਾਂ ਨੇ ਆਪਣੇ ਸਰੀਰ ਨੂੰ ਸੁੱਧ ਲਿਆ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ ਤਰੈ ਭਵ ਸਾਗਰ। ਤੇ ਉਹ ਫਿਰ ਗੁਰਮੁਖ ਜਿਹੜੇ ਨੇ ਸੰਸਾਰ ਸਾਗਰ ਤੋਂ ਤਰ ਜਾਂਦੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਰਮਾਤਮਾ ਨੇ ਮੈਲੇ ਪਾਣੀ ਤੋਂ ਰਕਤ ਤੋਂ ਇਹ ਸਰੀਰ ਬਣਾਇਆ ਹੈ। ਜਿਨ੍ਹਾਂ ਨੇ ਇਹ ਗੱਲ ਜਾਣ ਕੇ ਇਸ ਨੂੰ ਨਾਮ ਜਪ ਕੇ ਪਵਿੱਤਰ ਕਰ ਲਿਆ ਹੈ, ਉਹ ਗੁਰਮੁਖ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਆਤਮ ਤਤ ਵਿਚਾਰੀ। ਅਤੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਵਿਚਾਰ ਕੇ ਜੋ ਆਤਮ ਤਤ ਹੈ, ਜਿਹੜਾ ਇਹ ਵਿਚਾਰ ਕੀਤਾ, ਉਹ ਗੁਰਮੁਖ ਸੰਸਾਰ ਤੋਂ ਤਰਦੇ ਹਨ। ਗੁਰ ਸੇਵਾ ਤੇ ਸਦਾ ਸੁਖ ਪਾਇਆ। ਗੁਰੂ ਦੀ ਸੇਵਾ ਕਰਕੇ ਗੁਰਮੁਖਾਂ ਨੇ ਸਦਾ ਸੁਖ ਨੂੰ ਪਾਇਆ ਹੈ। ਅੰਤਰ ਸ਼ਬਦ ਰਵਿਆ ਗੁਣਕਾਰੀ। ਤੇ ਇਹ ਜਿਹੜਾ ਗੁਣਾਂ ਦੇ ਕਰਨ ਵਾਲਾ ਅਤੇ ਕਾਰੀ ਕਹੀਏ ਔਸ਼ਧੀ ਰੂਪ, ਦਵਾਈ ਰੂਪ ਗੁਰੂ ਦਾ ਸ਼ਬਦ ਹੈ। ਸਰਬ ਰੋਗ ਕੋ ਔਖਦ ਨਾਮ। ਇਹ ਜਿਹੜਾ ਨਾਮ ਹੈ ਭਾਈ, ਸਾਰੀਆਂ ਇਹ ਮੁਸੀਬਤਾਂ ਦੀ ਦਵਾਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਸ਼ਬਦ ਅੰਤਰ ਸ਼ਬਦ ਰਵਿਆ ਗੁਣਕਾਰੀ। ਇਹ ਜਿਹੜਾ ਸ਼ੁਭ ਗੁਣਾਂ ਦੇ ਕਰਨ ਵਾਲਾ ਤੇ ਕਾਰੀ ਕਹੀਏ ਦਵਾਈ, ਔਸ਼ਧੀ ਰੂਪ ਇਹ ਜਿਹੜਾ ਸ਼ਬਦ ਹੈ, ਉਹ ਗੁਰਮੁਖਾਂ ਦੇ ਹਿਰਦੇ ਵਿੱਚ ਜਾ ਕੇ ਸਮਾ ਗਿਆ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਸਮਾਇਆ ਹੈ ਗੁਰ ਸੇਵਾ, ਤੇ ਉਹਨਾਂ ਨੇ ਫਿਰ ਗੁਰੂ ਦੀ ਸੇਵਾ ਕੀਤੀ ਹੈ, ਉਹ ਗੁਰੂ ਦੀ ਸੇਵਾ ਕਰਨ ਵਾਲੇ ਹਨ। ਆਪੇ ਮੇਲ ਲੈ ਗੁਣ ਦਾਤਾ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸੁਖ ਪਾਇਆ, ਉਹਨਾਂ ਨੇ ਫਿਰ ਨਿਤਾ ਸੁਖ ਪ੍ਰਾਪਤ ਕਰ ਲਿਆ ਹੈ। ਇੱਕ ਤੇ ਗੁਰਮੁਖੋ ਆ ਦੁਨਿਆਵੀ ਸੁਖ ਹੈ ਨਾ, ਸਾਨੂੰ ਅੱਜ ਕਿਸੇ ਵੱਲੋਂ ਸੁਨੇਹਾ ਮਿਲ ਗਿਆ ਤੇ ਅਸੀਂ ਬੜੇ ਖੁਸ਼ ਹੋ ਗਏ, ਬੜੇ ਸੁਖੀ ਹੋ ਗਏ ਵੀ ਚੱਲ ਆਹ ਕੰਮ ਵਧੀਆ ਹੋਇਆ, ਇਹ ਫਿਕਰ ਮੁੱਕਾ। ਅਗਲੇ ਦਿਨ ਕੋਈ ਨਾ ਕੋਈ ਹੋਰ ਆ ਕੇ ਬਿਪਤਾ ਪੈ ਗਈ, ਹੋਰ ਦੁੱਖ ਪੈ ਗਿਆ। ਇਹ ਦੁਨੀਆ ਦੇ ਸੁੱਖ ਥੋੜ੍ਹੇ ਸਮੇਂ ਵਾਸਤੇ ਨੇ। ਜੇ ਹੁਣ ਸੁੱਖ ਆਇਆ, ਹੋਰ ਘੰਟੇ ਬਾਅਦ ਹੋ ਸਕਦਾ ਦੁੱਖ ਵੀ ਆ ਜਾਵੇ। ਪਰ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ, ਉਹਨਾਂ ਨੇ ਸਦੀਵ ਸੁੱਖ ਪਾ ਲਿਆ ਹੈ, ਫਿਰ ਕਦੇ ਦੁੱਖ ਨਹੀਂ ਹੁੰਦਾ ਹੈ। ਆਪੇ ਮੇਲੇ ਗੁਣ ਦਾਤਾ। ਉਹ ਗੁਣਾਂ ਦਾ ਦਾਤਾ ਜੋ ਪਰਮੇਸ਼ਰ ਹੈ, ਕਿਰਪਾ ਕਰਕੇ ਆਪ ਹੀ ਆਪਣੇ ਨਾਲ ਮਿਲ ਲੈਂਦੇ ਹਨ। ਹਉਮੈ ਤ੍ਰਿਸ਼ਨਾ ਮਾਰੀ। ਤੇ ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਮਾਰ ਦਿੱਤਾ ਹੈ, ਅਤੇ ਇਸੇ ਤਰ੍ਹਾਂ ਇਹ ਮਾਇਆ ਦੀ ਤ੍ਰਿਸ਼ਨਾ ਨੂੰ ਮਾਰ ਦਿੱਤਾ ਹੈ। ਗੁਰਮੁਖੋ ਜਿੰਨਾ ਧਨ ਅੱਜ ਕੋਲ ਹੈ ਨਾ, ਵਿਅਕਤੀ ਚਾਹੁੰਦਾ ਵੀ ਇਹਦੇ ਤੋਂ 2 ਗੁਣਾ ਅੱਗੇ ਹੋਰ ਆ ਜਾਵੇ। ਥੋੜ੍ਹੇ ਸਮੇਂ ਬਾਅਦ 2 ਗੁਣਾ ਹੋਰ ਆ ਗਿਆ, ਫਿਰ ਚਾਹੁੰਦਾ ਵੀ ਨਹੀਂ ਹੁਣ 4 ਗੁਣਾ ਹੋਰ ਆ ਜਾਵੇ। ਇਹ ਤ੍ਰਿਸ਼ਨਾ ਮੁੱਕਦੀ ਨਹੀਂ ਹੈ, ਕਿਸੇ ਦੀ ਨਹੀਂ ਮੁੱਕਦੀ ਹੈ, ਹਰੇਕ ਦੇ ਮਨ ਵਿੱਚ ਲੱਗੀ ਹੋਈ ਹੈ, ਬਹੁਤੀ ਤੋਂ ਬਹੁਤੀ, ਬਹੁਤੀ ਤੋਂ ਬਹੁਤੀ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਜਿਨ੍ਹਾਂ ਨੇ ਮਾਰੀ ਹੈ ਗੁਰੂ ਸ਼ਬਦ ਨਾਲ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਜਪਿਆ ਨਾ, ਉਹਨਾਂ ਦੇ ਅੰਦਰ ਸੰਤੋਖ ਆ ਗਿਆ। ਮਹਾਰਾਜ ਕਹਿਣ ਲੱਗੇ ਸੁਣਿਆ ਸਤ ਸੰਤੋਖ ਗਿਆਨ। ਜਿਨ੍ਹਾਂ ਨੇ ਨਾਮ ਸੁਣਿਆ ਨਾ, ਉਹਨਾਂ ਦੇ ਅੰਦਰ ਸੰਤੋਖ ਆ ਗਿਆ। ਜਿਨ੍ਹਾਂ ਦੇ ਅੰਦਰ ਸੰਤੋਖ ਆ ਗਿਆ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੇ ਫਿਰ ਤ੍ਰਿਸ਼ਨਾ ਮਾਰ ਦਿੱਤੀ ਹੈ। ਮੈਂ ਕਿਆ ਮੰਗੋ ਕਿ ਸਿਰ ਨਾ ਰਹਾਈ। ਤ੍ਰਿਸ਼ਨਾ ਮਾਰੀ ਗਈ, ਖਤਮ ਹੋ ਗਈ ਹੈ, ਚਾਹੀਦਾ ਹੀ ਨਹੀਂ ਹੈ ਕੁਛ। ਨਹੀਂ ਤੇ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਨਾ ਕਿਸੇ ਰੂਪ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ ਆਪੇ ਮੇਲ ਲੈ ਗੁਣ ਦਾਤਾ। ਸ਼ੁਭ ਗੁਣਾਂ ਦੇ ਕਰਨ ਵਾਲਾ ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਜਦੋਂ ਆਪਣੇ ਵਿੱਚ ਮਿਲਦਾ ਹੈ, ਤ੍ਰਿਸ਼ਨਾ ਮਾਰੀ। ਉਹ ਫਿਰ ਗੁਰਮੁਖ ਜਿਹੜੇ ਨੇ ਹਉਮੈ ਦੀ ਤ੍ਰਿਸ਼ਨਾ ਮਾਰ ਦਿੰਦੇ, ਹਉਮੈ ਵੀ ਮਾਰ ਦਿੰਦੇ, ਹੰਕਾਰ ਵੀ ਨਹੀਂ ਰਹਿ ਜਾਂਦਾ, ਨਿਮਰਤਾ ਆ ਜਾਂਦੀ, ਚਰਨ ਧੂੜ ਬਣ ਜਾਂਦੇ। ਐਸੀ ਕਿਰਪਾ ਹੁੰਦੀ, ਤ੍ਰਿਸ਼ਨਾ ਵੀ ਨਹੀਂ ਰਹਿੰਦੀ ਹੈ, ਤ੍ਰਿਸ਼ਨਾ ਵੀ ਮੁੱਕ ਜਾਂਦੀ ਹੈ। 3 ਗੁਣ ਮੇਟੇ ਚੌਥਾ ਵਰਤਾ। ਗੁਰਮੁਖੋ 3 ਗੁਣ ਕਿਹੜੇ ਨੇ? ਇੱਕ ਹੈ ਰਜ ਗੁਣ, ਦੂਜਾ ਹੈ ਤਮ ਗੁਣ, ਤੀਜਾ ਹੈ ਸਤ ਗੁਣ। ਜਿਹਨੂੰ ਕਿਹਾ ਜਾਂਦਾ ਹੈ ਰਜੋ ਤਮੋ ਤੇ ਸਤੋ ਗੁਣ। ਇਹ ਜਿਹੜੇ 3 ਗੁਣ ਹਨ, ਗੁਰਮੁਖਾਂ ਨੇ ਇਹਨਾਂ ਨੂੰ ਮੇਟ ਦੇਣਾ ਕੀਤਾ ਹੈ। ਚੌਥਾ ਵਰਤ ਹੈ। ਚੌਥਾ ਕੀ ਹੈ? ਤੁਰਿਆ ਪਦ, ਤੁਰਿਆ ਅਵਸਥਾ। ਚੌਥਾ ਸੁਣੈ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨ। ਜਾਂ ਆਪਾਂ ਕਹਿ ਦਈਏ ਚੌਥਾ ਪਦ ਉਹਨੂੰ ਕਿਹਾ ਜਾਂਦਾ ਜਿਹਨੂੰ ਕਹਿੰਦੇ ਕੈਵਲ ਮੋਕਸ਼। ਚੌਥੀ ਪਦਵੀ ਉਹ ਹੈ ਜਿਸ ਨੂੰ ਕਿਹਾ ਜਾਂਦਾ ਬ੍ਰਹਮ ਗਿਆਨ ਦੀ ਦਾਤ। ਕਹਿਣ ਲੱਗੇ 3 ਗੁਣਾਂ ਨੂੰ ਮੇਟ ਕੇ ਗੁਰਮੁਖ ਚੌਥੀ ਭੂਮਿਕਾ ਦੇ ਵਿੱਚ ਪਹੁੰਚ ਜਾਂਦੇ, ਐਸੀ ਦਾਤ ਨੂੰ ਪਾਉਂਦੇ ਹਨ। ਇਹਾ ਭਗਤ ਨਿਰਾਰੀ। ਇਹੋ ਹੀ ਗੁਰਮੁਖਾਂ ਦੀ ਨਿਰਾਲੀ ਭਗਤੀ ਹੈ। ਜਿਹੜੇ ਇਸ ਭਗਤੀ ਨੂੰ ਕਰਦੇ ਨੇ, ਫਿਰ ਉਹਨਾਂ ਦੇ ਪਿੱਛੇ ਦੇਵਤੇ ਤੁਰੇ ਫਿਰਦੇ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਜਿਨ੍ਹਾਂ ਨੇ 3 ਗੁਣ ਮੇਟ ਲੈਣ, ਉਹ ਭਾਈ ਐਸੇ ਗੁਰਮੁਖ ਬਣ ਗਏ
ਕਿ ਉਹਨਾਂ ਨੂੰ ਫਿਰ ਦੇਵਤੇ ਵੀ ਲੱਭਦੇ ਫਿਰਦੇ। ਇੱਕ ਮਹਾਤਮਾ ਆਪਣੇ ਪਲੰਘੇ 'ਤੇ ਲੰਮੇ ਪਏ ਹੋਏ ਨਾ, ਅਤੇ ਕੋਲ ਸੇਵਾਦਾਰ ਗੁਰਮੁਖ ਸੇਵਾ ਕਰਦੇ ਪਏ। ਉਹ ਮਹਾਤਮਾ ਗੁਰਮੁਖ ਝੱਟ ਪਿਛੋਂ ਆਪਣੇ ਚਰਨ ਹਿਲਾ ਦਿਆ ਕਰਨ, ਥੋੜ੍ਹਾ ਸਮਾਂ ਬਰਾਜਨ ਫਿਰ ਚਰਨ ਹਿਲਾ ਦਿਆ ਕਰਨ। ਸੇਵਾਦਾਰ ਕੋਲ ਖੜ੍ਹੇ ਹੋਏ ਕਹਿਣ ਲੱਗੇ, ਮਹਾਂਪੁਰਖੋ ਕੀ ਕਾਰਨ ਹੈ? ਆਪ ਜੀ ਆਪਣੇ ਚਰਨ ਵਾਰ-ਵਾਰ ਹਿਲਾਉਂਦੇ ਪਏ ਹੋ, ਕਾਰਨ ਕੀ ਹੈ? ਸਾਨੂੰ ਦੱਸੋ, ਅਸੀਂ ਉਹ ਸੇਵਾ ਕਰ ਦਈਏ। ਮਹਾਤਮਾ ਕਹਿਣ ਲੱਗੇ, ਨਹੀਂ ਭਾਈ, ਕਾਰਨ ਕੋਈ ਨਹੀਂ ਹੈ। ਸਾਡੇ ਚਰਨਾਂ ਨੂੰ ਇਹ ਸ਼ਿਵ ਜੀ ਹੱਥ ਲਾਉਂਦਾ ਵਾਰ-ਵਾਰ ਆ ਕੇ, ਅਸੀਂ ਉਸ ਨੂੰ ਰੋਕਦੇ ਪਏ, ਆਪਣੇ ਪੈਰ ਹਿਲਾ ਲੈਂਦੇ ਵੀ ਇਹ ਕੰਮ ਨਾ ਕਰ। ਉਹ ਸਾਡੇ ਚਰਨਾਂ ਦਾ ਸਪਰਸ਼ ਕਰਦਾ ਪਿਆ ਹੈ। ਸੋ ਮਹਾਰਾਜ ਜੀਆਂ ਦਾ ਬਚਨ ਕਹਿਣ ਲੱਗੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਸ਼ਿਵ ਜੀ ਵੀ ਬ੍ਰਹਮ ਗਿਆਨੀ ਨੂੰ ਲੱਭਦਾ ਹੈ ਵੀ ਉਹਦੇ ਚਰਨਾਂ ਦੀ ਧੂੜ ਮਿਲੇ, ਮੈਂ ਉਹਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣੇ ਆਪ ਨੂੰ ਸਫਲਾ ਕਰ ਲਵਾਂ। ਪਾਤਸ਼ਾਹ ਕਹਿਣ ਲੱਗੇ, ਤ੍ਰੈ ਗੁਣ ਮੇਟੈ ਚੌਥਾ ਵਰਤੈ। ਜਿਹੜੇ ਤਿੰਨਾਂ ਗੁਣਾਂ ਨੂੰ ਖਤਮ ਕਰ ਲੈ ਨਾ, ਇਹ ਦੇਵਤੇ ਜਿਹੜੇ ਨੇ ਇਹ ਵੀ ਰਜੋਗੁਣੀ, ਤਮੋਗੁਣੀ, ਸਤੋਗੁਣੀ ਸੁਭਾਅ ਵਾਲੇ ਨੇ, ਇਹ ਵੀ ਇਹ ਤੋਂ ਮੁਕਤ ਨਹੀਂ ਹੋਏ। ਇਹ ਤੋਂ ਮੁਕਤ ਹੋਇਆ ਬ੍ਰਹਮ ਗਿਆਨੀ ਮਹਾਂਪੁਰਖ, ਤਾਂ ਉਹਦੇ ਚਰਨਾਂ ਦੀ ਇਹ ਧੂੜ ਲੱਭਦੇ ਫਿਰਦੇ ਕਿ ਐਸੇ ਮਹਾਤਮਾ ਦੇ ਚਰਨਾਂ ਦੀ ਧੂੜ ਮਿਲੇ ਤਾਂ ਕਿ ਅਸੀਂ ਸਫਲੇ ਹੋ ਜਾਈਏ। ਭਗਤ ਨਿਰਾਰੀ, ਇਹ ਨਿਰਾਲੀ ਭਗਤੀ ਜਿਹੜੀ ਹੈ ਗੁਰਮੁਖਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ, ਇਹ ਫਿਰ ਨਿਰਾਲੀ ਭਗਤ ਕਰਕੇ ਉਤਰ ਜਾਂਦੇ ਹਨ। ਗੁਰਮੁਖ ਜੋਗ ਸ਼ਬਦ ਆਤਮ ਚੀਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਜਿਹੜੇ ਮੁਖੀ ਗੁਰਾਂ ਦੇ ਲੜ ਲੱਗੇ ਨੇ। ਗੁਰਮੁਖੋ ਗੁਰੂ ਤੇ ਦੁਨੀਆ ਵਿੱਚ ਬੜੇ ਨੇ, ਥਾਵਾਂ ਥਾਵਾਂ 'ਤੇ ਕੋਈ ਨਾ ਕੋਈ ਗੁਰੂ ਮਿਲੇਗਾ, ਪਰ ਇੱਥੇ ਅਧੂਰੇ ਗੁਰੂਆਂ ਦੀ ਗੱਲ ਨਹੀਂ, ਪੂਰੇ ਗੁਰੂ ਦੀ ਗੱਲ ਹੈ। ਗੁਰਮੁਖ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਾਂ ਕਹਿ ਲਈਏ ਜਿਹੜੇ ਮੁਖੀ ਗੁਰੂ ਹਨ, ਐਸੇ ਗੁਰਾਂ ਦੇ ਨਾਲ ਮਿਲ ਕੇ ਜਿਨ੍ਹਾਂ ਨੇ ਆਤਮ ਚੀਨੈ, ਗੁਰੂ ਸ਼ਬਦ ਦੇ ਨਾਲ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਚੀਨੇ ਕੀਏ ਵੇਖਿਆ ਹੈ। ਕੀ ਵੇਖਿਆ ਹੈ? ਕਿ ਮੇਰੀ ਆਤਮਾ ਹੀ ਪਰਮਾਤਮਾ ਰੂਪ ਹੈ। ਇਹ ਗੁਰੂ ਦੇ ਸ਼ਬਦ ਨਾਲ ਜਿਨ੍ਹਾਂ ਨੇ ਜਾਣਿਆ ਹੈ। ਪਾਤਸ਼ਾਹ ਕਹਿਣ ਲੱਗੇ, ਉਹ ਗੁਰਮੁਖ ਜਿਹੜੇ ਨੇ ਉਹਨਾਂ ਨੇ ਇਸ ਤਰ੍ਹਾਂ ਫਿਰ ਜੋ ਕਹੀਏ ਜੁੜਨਾ ਕੀਤਾ ਹੈ। ਜਿਵੇਂ ਭਾਈ ਰਾਮ ਕੋਇਰ ਜੀ ਕਹਿੰਦੇ ਪਏ ਨਾ 10ਵੇਂ ਪਾਤਸ਼ਾਹ ਨੂੰ, ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ ਕਿ ਉਹ ਪਰਮਾਤਮਾ ਦੇ ਦਰਸ਼ਨ ਹੋ ਜਾਣ, ਇਹ ਮੇਰੇ 'ਤੇ ਕਿਰਪਾ ਕਰੋ, ਮੈਨੂੰ ਵਿਖਾਓ ਵੀ ਉਹ ਆਕਾਸ਼ ਵਿੱਚ ਕਿੱਥੇ ਬੈਠਾ ਹੋਇਆ, ਧਰਤੀ 'ਚ ਕਿੱਥੇ ਹੈ, ਮੈਂ ਦਰਸ਼ਨ ਕਰ ਲਵਾਂ। ਤਾਂ 10ਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਰਾਮ ਕੌਰ ਜੀ, ਉਹ ਇੱਕ ਜਗ੍ਹਾ 'ਤੇ ਨਹੀਂ, ਉਹਦੇ ਸਰਬ ਵਿਆਪੀ ਸਾਰਿਆਂ ਥਾਵਾਂ 'ਤੇ ਹੀ ਹੈ। ਤੁਸੀਂ ਅਭਿਆਸ ਇੰਨਾ ਕਰੋ, ਜੀਵਨ ਐਸਾ ਬਣਾਓ ਵੀ ਤੁਹਾਨੂੰ ਸਾਰਿਆਂ ਥਾਵਾਂ 'ਤੇ ਦਿਸੇ, ਇੱਕ ਥਾਂ 'ਤੇ ਵੇਖਣ ਦੀ ਲੋੜ ਨਹੀਂ ਹੈ, ਤੁਹਾਨੂੰ ਸਾਰਿਆਂ ਥਾਵਾਂ 'ਤੇ ਦਿਸ ਪਵੇ। ਐਸਾ ਅਭਿਆਸ ਕਰਕੇ ਜੀਵਨ ਕਮਾ ਲਓ। ਮਹਾਰਾਜ ਕਹਿਣ ਲੱਗੇ, ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਜਿਨ੍ਹਾਂ ਨੇ ਮੁਖੀ ਗੁਰਾਂ ਦੇ ਨਾਲ ਮਿਲ ਕੇ ਭਾਈ ਰਾਮ ਕੌਰ ਵਰਗੇ ਮਹਾਂਪੁਰਖਾਂ ਨੇ ਸ਼ਬਦ ਨੂੰ ਵਿਚਾਰਿਆ ਹੈ, ਉਹ ਜਿਹੜੇ ਗੁਰਮੁਖ ਨੇ ਆਪਣੀ ਆਤਮਾ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਸਾਰਿਆਂ ਥਾਵਾਂ 'ਤੇ ਵੇਖ ਲੈਂਦੇ ਹਨ। ਜਿਹੜਾ ਇੱਕ ਹੈ ਨਾ ਮੁਰਾਰੀ, ਮੁਰਨਾਮੇ ਦੈਂਤ ਦਾ ਨਾਸ ਕਰਨ ਵਾਲਾ, ਉਸ ਨੂੰ ਕਿਹਾ ਜਾਂਦਾ ਹੈ ਮੁਰਾਰੀ। ਉਸ ਇੱਕ ਮੁਰਾਰੀ ਨੂੰ ਸਾਰਿਆਂ ਵਿੱਚ ਵੇਖ ਲੈਂਦੇ ਹਨ। ਮਨੁਆ ਸਥਿਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜਿਹੜੇ ਗੁਰਮੁਖ ਹਨ, ਸੋ ਉਹਨਾਂ ਨੇ ਮਨੁਆ ਅਸਥਿਰ ਸ਼ਬਦੇ ਰਾਤਾ, ਜਿਹੜੇ ਗੁਰੂ ਦੇ ਸ਼ਬਦ ਵਿੱਚ ਰਾਤਾ ਕਹੀਏ ਰੰਗੇ ਗਏ, ਉਹਨਾਂ ਦਾ ਮਨੁਆ ਜਿਹੜਾ ਮਨ ਹੈ ਉਹ ਫਿਰ ਸਥਿਤ ਹੋ ਜਾਂਦਾ ਹੈ। ਇਹਾ ਕਰਨੀ ਸਾਰੀ, ਇਹੋ ਹੀ ਸ੍ਰੇਸ਼ਟ ਕਰਨੀ ਉਹਨਾਂ ਨੇ ਕੀਤੀ ਹੈ, ਇਸੇ ਸ੍ਰੇਸ਼ਟ ਕਰਨੀ ਨੂੰ ਉਹਨਾਂ ਨੇ ਕਮਾਇਆ ਹੈ। ਵੇਦ ਬਾਦ ਨਾ ਪਾਖੰਡ ਔਦੂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਔਦੂ ਜੋਗੀ ਇਹ ਬਚਨ ਸੁਣ, ਇਹ ਜਿਹੜਾ ਵੇਦਾਂ ਦਾ ਪੜ੍ਹ ਕੇ ਮੁੜ ਕੇ ਬਾਦ ਕਹੀਏ ਝਗੜਾ ਕਰਨਾ, ਇਸ ਕੰਮ ਨੂੰ ਨਾ ਕਰ। ਪਹਿਲਾਂ ਤੇ ਗ੍ਰੰਥ ਪੜ੍ਹ ਲਿਆ, ਫਿਰ ਡੰਡਾ ਚੁੱਕ ਲਿਆ ਵੀ ਆਓ ਮੇਰੇ ਨਾਲ ਵਿਚਾਰ ਕਰੋ, ਦੂਜਿਆਂ ਨੂੰ ਵਿਚਾਰ ਦੇ ਨਾਲ ਹਰਾਉਣਾ, ਹਉਮੈ ਵਿੱਚ ਆ ਜਾਣਾ, ਦੂਜਿਆਂ ਨਾਲ ਝਗੜਾ ਕਰਨਾ। ਪਾਤਸ਼ਾਹ ਕਹਿਣ ਲੱਗੇ, ਜੋਗੀ ਇਹਦਾ ਕੋਈ ਲਾਭ ਨਹੀਂ ਹੈ। ਵੇਦ ਬਾਦ, ਪਹਿਲਾਂ ਵੇਦ ਪੜ੍ਹ ਲਿਆ, ਗ੍ਰੰਥ ਪੜ੍ਹ ਲਿਆ, ਫਿਰ ਬਾਦ ਕਹੀਏ ਝਗੜਾ ਕਰ ਲਿਆ, ਇਹਨਾਂ ਝਗੜਿਆਂ ਵਿੱਚ ਨਾ ਪੈਣਾ ਕਰ। ਗੁਰਮੁਖ ਸ਼ਬਦ ਵਿਚਾਰੀ, ਆਪਣਾ ਮੁੱਖ ਗੁਰੂ ਵੱਲ ਕਰਕੇ ਸ਼ਬਦ ਦੀ ਵਿਚਾਰ ਕਰਕੇ ਤੇ ਸੰਸਾਰ ਤੋਂ ਤਰਨਾ ਕਰ। ਗੁਰਮੁਖ ਸ਼ਬਦ ਵਿਚਾਰੀ, ਗੁਰਮੁਖਾਂ ਨੇ ਸੰਸਾਰ ਤੋਂ ਤਰਨਾ ਕੀਤਾ ਹੈ। ਗੁਰਮੁਖ ਜੋਗ ਕਮਾਵੈ ਔਦੂ। ਔਦੂ ਨਾਮ ਜੋਗੀ, ਕਹਿਣ ਲੱਗੇ ਔਦੂ ਜੋਗੀ ਸੁਣਨਾ ਕਰ ਬਚਨ, ਗੁਰਮੁਖ ਜੋਗ ਕਮਾਵੈ, ਜਿਹੜੇ ਮੁਖੀ ਗੁਰਾਂ ਦੇ ਦੁਆਰਾ ਜੋਗ ਨੂੰ ਜਿਨ੍ਹਾਂ ਨੇ ਕਮਾਇਆ ਹੈ। ਜਤ ਸਤ ਸ਼ਬਦ ਵਿਚਾਰੀ, ਉਹਨਾਂ ਨੇ ਜਤ ਦੇ ਸਹਿਤ ਹੋ ਕੇ, ਸਤ ਦੇ ਸਹਿਤ ਹੋ ਕੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ।
ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕੀਤਾ ਹੈ। ਸ਼ਬਦ ਮਰੇ ਮਨ ਮਾਰੇ ਉਦੂ। ਸਤਿਗੁਰੂ ਕਹਿਣ ਲੱਗੇ ਔਦੂ ਜੋਗੀ ਬਚਨ ਸੁਣਨਾ ਕਰ, ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਮਾਰ ਲਿਆ ਹੈ। ਸ਼ਬਦ ਕੀ ਹੈ? ਉਪਦੇਸ਼। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਮਨ ਨੂੰ ਮਾਰਿਆ ਹੈ। ਜੋਗ ਜੁਗਤ ਵਿਚਾਰੀ। ਤੇ ਉਹਨਾਂ ਨੇ ਕਹਿਣ ਲੱਗੇ ਵੀ ਆਪਣੀ ਬਿਰਤੀ ਨੂੰ, ਆਪਣੀ ਸੁਰਤੀ ਨੂੰ ਸੰਸਾਰ ਵੱਲੋਂ ਮਾਰ ਲਿਆ ਹੈ। ਐਸੇ ਜਿਹੜੇ ਗੁਰਮੁਖ ਹਨ ਉਹ ਜੋਗ ਦੀ ਜੁਗਤੀ ਨੂੰ ਵਿਚਾਰ ਨਾ ਕਰਦੇ, ਦੂਜਿਆਂ ਨੂੰ ਵੀ ਜੋਗ ਦੀ ਜੁਗਤੀ ਦੱਸਦੇ ਹਨ। ਮਾਇਆ ਮੋਹ ਭਵਜਲ ਹੈ ਉਦੂ। ਸਤਿਗੁਰੂ ਕਹਿਣ ਲੱਗੇ ਔਦੂ ਜੋਗੀ ਬਚਨ ਸੁਣਨਾ ਕਰ, ਇਹ ਜਿਹੜਾ ਮਾਇਆ ਦਾ ਮੋਹ ਹੈ ਇਹ ਸਾਰਾ ਸੰਸਾਰ ਹੈ। ਜਿੰਨਾ ਚਿਰ ਮਾਇਆ ਦਾ ਮੋਹ ਹੈ ਉਹਨਾਂ ਚਿਰ ਹੀ ਸੰਸਾਰ ਹੈ, ਉਹਨਾਂ ਚਿਰ ਜਨਮ ਮਿਲਦੇ ਰਹਿਣਗੇ, ਮਿਲਦੇ ਰਹਿਣਗੇ। ਔਦੂ ਜੋਗੀ ਬਚਨ ਸੁਣਨਾ ਕਰ, ਇਹ ਸਾਰਾ ਸੰਸਾਰ ਮਾਇਆ ਦਾ ਮੋਹ ਹੈ। ਸ਼ਬਦ ਤਰੈ ਕੁਲ ਤਾਰੀ। ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ ਉਹ ਆਪ ਵੀ ਤਰ ਗਏ, ਉਹਨਾਂ ਦੀਆਂ ਕੁਲਾਂ ਵੀ ਤਰ ਜਾਂਦੀਆਂ, ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਐਸੀਆਂ ਦਾਤਾਂ ਉਹਨਾਂ ਨੂੰ ਮਿਲੀਆਂ ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਹੈ। ਕਈ ਕਈ ਪੀੜ੍ਹੀਆਂ ਦਾ ਭਲਾ ਹੋ ਜਾਂਦਾ ਹੈ। ਜਿਵੇਂ ਬਚਨ ਆਉਂਦਾ ਹੈ ਕਿ ਗੁਰਮੁਖਾਂ ਦੀਆਂ ਜਿੱਥੇ 21 ਕੁਲਾਂ ਦਾ ਭਲਾ ਹੋ ਜਾਂਦਾ ਹੈ, ਉੱਥੇ 101 ਜਿਹੜੀਆਂ ਉਹਨਾਂ ਦੀਆਂ ਪੀੜ੍ਹੀਆਂ ਹਨ, ਜਾਂ ਕਹਿ ਲਈਏ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਵਿਦਵਾਨਾਂ ਨੇ ਲਿਖਿਆ ਨਾਮ ਜਪਣ ਵਾਲਾ ਜਿਹੜਾ ਗੁਰਮੁਖ ਹੈ ਉਸ ਦੀਆਂ ਕੁਲਾਂ ਕਿਸ ਤਰ੍ਹਾਂ ਤਰਦੀਆਂ। 21 ਕੁਲਾਂ ਆਪਣੀਆਂ ਤਰ ਜਾਂਦੀਆਂ, 16 ਕੁਲਾਂ ਪੁੱਤਰਾਂ ਦੀਆਂ ਤਰ ਜਾਂਦੀਆਂ, 13 ਕੁਲਾਂ ਧੀਆਂ ਦੀਆਂ ਤਰ ਜਾਂਦੀਆਂ। ਇਸ ਤਰ੍ਹਾਂ ਉਹਦੇ ਵਿੱਚ ਗਿਣਤੀ ਕੀਤੀ ਹੈ। ਗਿਣਤੀ ਕਰਕੇ ਉਹਨਾਂ ਦਾ ਕੁੱਲ ਜੋੜ 101 ਲਿਖਿਆ ਹੈ ਵੀ ਇਸ ਤਰ੍ਹਾਂ ਗੁਰਮੁਖਾਂ ਦੀਆਂ ਇੰਨੀਆਂ ਕੁਲਾਂ ਪੀੜ੍ਹੀਆਂ ਤਰ ਜਾਂਦੀਆਂ ਹਨ। ਸ਼ਬਦ ਸੂਰ ਜੁਗ ਚਾਰੇ ਉਦੂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਔਦੂ ਜੋਗੀ ਬਚਨ ਸੁਣਨਾ ਕਰ, ਸ਼ਬਦ ਸੂਰ ਜੁਗ ਚਾਰੇ। ਇਹ ਚਾਰਿਆਂ ਯੁੱਗਾਂ ਦੇ ਵਿੱਚ ਜੋ ਸਤਿਗੁਰੂ ਪਾਤਸ਼ਾਹ ਹਨ ਉਹ ਸ਼ਬਦ ਦੇ ਦਾਤੇ ਹਨ ਅਤੇ ਸੂਰਜ ਦੇ ਵਾਂਗੂ ਚਮਕਣ ਵਾਲੇ ਹਨ। ਬਾਣੀ ਭਗਤ ਵਿਚਾਰੀ। ਉਹਨਾਂ ਦੀ ਬਾਣੀ ਭਗਤੀ ਕਰਾਉਣ ਵਾਲੀ ਹੈ। ਇਹੋ ਗੱਲ ਅਸੀਂ ਵਿਚਾਰੀ ਹੈ ਵੀ ਜਿਹੜੇ ਦਾਤੇ ਹਨ ਸਤਿਗੁਰੂ ਚਾਰ ਯੁੱਗਾਂ ਦੇ, ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸਾਰਿਆਂ ਯੁੱਗਾਂ ਵਿੱਚ ਭਲਾ ਕਰਨ ਵਾਲੀ ਹੈ। ਇਹੋ ਮਨ ਮਾਇਆ ਮੋਹਿਆ ਉਦੂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਔਦੂ ਜੋਗੀ ਬਚਨ ਸੁਣ, ਇਹ ਜਿਹੜਾ ਮਨ ਹੈ ਇਹ ਮਾਇਆ ਦੇ ਵਿੱਚ ਮੋਹਿਆ ਹੋਇਆ ਹੈ। ਇਹ ਮਨ ਮਾਇਆ ਵਿੱਚ ਹੀ ਲੱਗਾ। ਇਹ ਮਨ ਸੋਇਆ ਮਾਇਆ ਬਿਸਮਾਦ, ਸੁੱਤਿਆਂ ਵੀ ਮਾਇਆ ਦੇ ਸੁਪਨੇ, ਦਿਨੇ ਵੀ ਚਲਦਿਆਂ ਫਿਰਦਿਆਂ ਮਾਇਆ ਦਾ ਬਿਸਮਾਦ। ਹੈਰਾਨ ਕਰਨ ਵਾਲਾ ਕੰਮ ਇਹੋ ਜਿਹਾ ਵੀ ਇਹ ਮਨ ਸੁੱਤਾ ਹੋਇਆ, ਜਾਗਦਾ ਹੀ ਨਹੀਂ ਪਿਆ ਹੈ। ਇਹ ਮਨ ਮਾਇਆ ਮੋਹਿਆ ਔਦੂ ਹੈ ਜੋਗੀ ਸੁਣਨਾ ਕਰ, ਇਹ ਮਨ ਜਿਹੜਾ ਮਾਇਆ ਦਾ ਮੋਹਿਆ ਹੋਇਆ ਹੈ। ਨਿਕਸੈ ਸ਼ਬਦ ਵਿਚਾਰੀ। ਜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਇਹ ਮਨ ਵਿੱਚੋਂ ਨਿਕਲਣਾ ਹੈ, ਨਹੀਂ ਤੇ ਨਿਕਲਦਾ ਨਹੀਂ ਹੈ। ਆਪੇ ਬਖਸ਼ੇ ਮੇਲ ਮਿਲਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਨਾਨਕ ਸਰਨ ਤੁਮਾਰੀ। ਜਿਹੜੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆ ਪਰਮਾਤਮਾ ਜਿਹੜੇ ਆਪ ਜੀ ਦੀ ਸ਼ਰਨ ਵਿੱਚ ਆ ਗਏ, ਜਿਹੜੇ ਸ਼ਰਨ ਵਿੱਚ ਆਏ ਨੇ ਉਹਨਾਂ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਜਿਨ੍ਹਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ ਉਹ ਆ ਕੇ ਸਤਸੰਗਤ ਵਿੱਚ ਆ ਕੇ ਮਿਲੇ, ਸਤਸੰਗਤ ਵਿੱਚ ਆ ਕੇ ਬੈਠੇ, ਜਾਂ ਕਹਿ ਲਈਏ ਗੁਰੂ ਨੂੰ ਆ ਕੇ ਮਿਲੇ, ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਤੇ ਉਹਨਾਂ ਦੇ ਔਗਣਾਂ ਨੂੰ ਆਪ ਜੀ ਬਖਸ਼ ਲੈਂਦੇ। ਆਪੇ ਬਖਸ਼ ਮੇਲ ਮਿਲਾਏ, ਨਾਨਕ ਸਰਨ ਤੁਮਾਰੀ। ਜਿਹੜੇ ਆਪ ਜੀ ਦੀ ਸ਼ਰਨ ਵਿੱਚ ਆਏ ਨੇ ਉਹਨਾਂ ਨੂੰ ਤੁਸੀਂ ਬਖਸ਼ ਲੈਂਦੇ ਹੋ, ਔਗਣ ਮਾਫ ਕਰ ਦਿੱਤੇ। ਔਗਣ ਮਾਫ ਕਰਕੇ ਆਪੇ ਮੇਲ ਮਿਲਾਏ, ਫਿਰ ਆਪ ਹੀ ਉਹਨਾਂ ਨੂੰ ਆਪਣੇ ਮੇਲ ਵਿੱਚ ਮੇਲ ਲੈਂਦੇ, ਆਪ ਹੀ ਉਹਨਾਂ ਨੂੰ ਆਪਣੇ ਵਿੱਚ ਟਿਕਾ ਲੈਂਦੇ ਹੋ। ਐਸੀਆਂ ਦਾਤਾਂ ਤੁਸੀਂ ਬਖਸ਼ਿਸ਼ ਕਰਦੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਿਹੜਾ ਜੋਗੀ ਆਇਆ ਕਹਿੰਦਾ ਮੱਠ ਬਣਾ ਕੇ ਰੱਖਣਾ ਚਾਹੀਦਾ, ਇਹ ਉਪਦੇਸ਼ ਉਸ ਨੂੰ ਦੇ ਕੇ ਉਸ ਦਾ ਭਲਾ ਕੀਤਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ ਸਾਹਿਬ ਸਿਓ ਮਿਲੋ। ਇਹੋ ਮਨ ਮਾਇਆ ਮੋਹਿਆ ਉਦੂ। ਨਿਕਸੈ ਸ਼ਬਦ ਵਿਚਾਰੀ। ਆਪੇ ਬਖਸ਼ੇ ਮੇਲ ਮਿਲਾਏ। ਨਾਨਕ ਸਰਨ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਹੜੇ ਕਿ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿੱਤਰ ਹਜ਼ੂਰੀ ਵਿੱਚ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਇੱਕ ਦੋ ਬੇਨਤੀਆਂ ਹਨ, ਕਿਰਪਾ ਕਰਕੇ ਧਿਆਨ ਦੇਣ ਦੀ ਕਿਰਪਾਲਤਾ ਕਰਨੀ। ਪਹਿਲੀ ਬੇਨਤੀ ਕਿ